मैं एग्रीकल्चर ਤੁਹਾਨੂੰ ਦੱਸਣਾ ਚਾਹੁੰਦਾ ਕਿ ਬਈ ਨਾਟ ਓਨਲੀ ਤੁਸੀਂ ਅਮਰੀਕਾ ਦੀ ਗੱਲ ਕਰਦੇ ਹੋਗੇ ਜਾਂ ਯੂਰਪ ਦੀ ਗੱਲ ਕਰਦੇ ਹੋਗੇ no country wants to give farmers subsidies, ਚਾਹੇ ਇੰਡੀਆ ਹੋਏ, ਚਾਹੇ ਅਮਰੀਕਾ ਹੋਏ, ਚਾਹੇ ਯੂਰਪ ਹੈ, ਕੋਈ ਕੰਟਰੀ ਕਿਸਾਨਾਂ ਨੂੰ ਸਬਸਿਡੀ ਦੇਣ ਨੂੰ ਨਹੀਂ ਚਾਹੁੰਦੀ ਹੈਗੀ ਹੈ। ਲੇਕਿਨ ਫਿਰ ਨੈਰੇਟਿਵ ਉੱਥੇ ਬਦਲਦਾ ਜਾਂਦਾ ਹੈ। ਜਿਹੜੀ ਤਾਂ ਕਿਸਾਨਾਂ ਨੂੰ ਅਸੀਂ ਦਿੰਦੇ ਹਾਂ ਉਹਨੂੰ ਅਸੀਂ ਕਹਿੰਦੇ ਹਾਂ ਸਬਸਿਡੀ, ਐਂਡ ਸਬਸਿਡੀ ਇਜ਼ ਅ ਡੈਮੋਨਾਈਜ਼ਡ ਵਰਡ। ਤੁਹਾਡੇ ਮਾਈਂਡ ਪਹਿਲੀ ਵਾਰੀ ਆਉਂਦਾ ਕਿ ਪੈਸਾ ਗਿਆ, ਵਿਅਰਥ ਗਿਆ, ਇਹ ਤਾਂ ਮਤਲਬ ਅਹਿਸਾਨ ਕਰ ਰਿਹਾ ਸੀ ਇਹਨਾਂ ਦੇ ਉੱਪਰ। ਲੇਕਿਨ ਜਦੋਂ ਅਸੀਂ ਕਾਰਪੋਰੇਟ ਨੂੰ ਦਿੰਦੇ ਹੈਗੇ ਹਾਂ, ਵੀ ਡੋਂਟ ਕਾਲ ਇਟ ਸਬਸਿਡੀ, ਵੀ ਕਾਲ ਇਟ ਇਨਸੈਂਟਿਵ ਫॉर ਗਰੋਥ। ਔਰ ਬਹੁਤ ਸਾਲ ਜਦ ਟੈਲੀਵਿਜ਼ਨ 'ਤੇ ਜਦ ਡਿਬੇਟ ਹੁੰਦੀ ਸੀਗੀਆਂ ਤਾਂ ਮੈਨੂੰ ਬਹੁਤ ਸਾਰੇ ਪੈਨਲਿਸਟ ਕਹਿੰਦੇ ਸੀਗੇ ਕਿ ਤੁਹਾਨੂੰ ਤਾਂ ਡਿਵੈਲਪਮੈਂਟ ਪਤਾ ਹੀ ਨਹੀਂ ਕੀ ਹੁੰਦੀ ਹੈ, ਇਕਨੋਮਿਕ ਗਰੋਥ ਕੀ ਹੁੰਦੀ ਹੈਗੀ। ਜਦ ਮੈਂ ਇਹ ਸਵਾਲ ਉਠਾਉਂਦਾ ਸੀਗਾ ਕਿ ਜਿਹੜੀ ਸਬਸਿਡੀ ਕਾਰਪੋਰੇਟ ਨੂੰ ਦਿੱਤੀ ਜਾਂਦੀ ਹੈ, ਵਾਈ ਡੂ ਵੀ ਕਾਲ ਇਟ ਇਨਸੈਂਟਿਵ ਫॉर ਗਰੋਥ, ਵਾਈ ਨਾਟ ਸਬਸਿਡੀ। ਤਾਂ ਮੈਨੂੰ ਕਿਹਾ ਗਿਆ ਐਂਟੀ ਡਿਵੈਲਪਮੈਂਟ ਹੋ, ਤੁਸੀਂ ਯੂ ਡੋਂਟ ਅੰਡਰਸਟੈਂਡ ਇਕਨੋਮਿਕਸ। ਥੈਂਕ ਗॉड ਉਸ ਟਾਈਮ ਇਹ ਨਹੀਂ ਕਿਹਾ ਤੁਸੀਂ ਦੇਸ਼ ਦਰੋਹੀ ਹੋ। ਲੇਕਿਨ ਜਿਸ ਦਿਨ ਪ੍ਰਾਈਮ ਮਿਨਿਸਟਰ ਨੇ ਇੱਕ ET ਦੀ ਸਮਿਟ ਵਿੱਚ ਕਹਿ ਤਾ ਕਿ ਐਕਚੁਅਲੀ ਦੀ ਇਨਸੈਂਟਿਵ ਫॉर ਗਰੋਥ ਜਿਹੜੇ ਕਾਰਪੋਰੇਟਸ ਨੂੰ ਜਾਂਦੇ ਹੈਗੇ, ਦੇ ਆਰ ਆਲਸੋ ਸਬਸਿਡੀਜ਼। ਉਹਦੇ ਬਾਅਦ ਇੱਕ ਚੀਜ਼ ਤਾਂ ਹੋਈ ਘੱਟ ਤੋਂ ਘੱਟ ਮੈਨੂੰ ਹੁਣ ਟੈਲੀਵਿਜ਼ਨ 'ਤੇ ਦੇ ਡੋਂਟ ਕਾਲ ਮੀ ਕਿ ਤੁਹਾਨੂੰ ਇਕਨੋਮਿਕ ਸਮਝ ਨਹੀਂ ਆਉਂਦੀ ਹੈਗੀ। ਸੋ ਦੀ ਪੁਆਇੰਟ ਹੇਅਰ ਇਜ਼ ਕਿ ਵੀ ਉਹ ਜਿਹੜਾ ਇਨਸੈਂਟਿਵ ਫॉर ਗਰੋਥ ਹੈ, ਲੁੱਕ ਐਟ ਦੀ ਡੈਫੀਨੇਸ਼ਨ, ਉਹ ਸਬਸਿਡੀ ਜਿਹੜੀ ਹੈਗੀ ਹੈ ਉਹ ਤਾਂ ਮਤਲਬ ਐਜ਼ ਆਈ ਸੈਡ ਅਰਲੀਅਰ ਕਿ ਡੈਮੋਨਾਈਜ਼ ਕੀਤਾ, ਔਰ ਇਨਸੈਂਟਿਵ ਫॉर ਗਰੋਥ ਇਜ਼ ਓਕੇ। ਸੋ ਇਫ ਯੂ ਲੁੱਕ ਇਨ ਟੂ ਡਿਵਾਈਡ ਆਲ ਦਿਸ ਥਿੰਗਸ ਯੂ ਵਿਲ ਅੰਡਰਸਟੈਂਡ ਕਿ ਸਭ ਤੋਂ ਜ਼ਿਆਦਾ ਸਬਸਿਡਾਈਜ਼ ਜਿਹੜਾ ਸੈਕਟਰ ਹੈਗਾ ਕੰਟਰੀ ਦਾ, ਦੈਟ ਇਜ਼ ਦ ਕਾਰਪੋਰੇਟ। I don't understand IT company Mohali ਵਿੱਚ ਆਂਦੀ ਹੈਗੀ ਹੈ, they are slush with money, they don't know where to use that money, and the Punjab government offers them 50 acres of land at 1 rupee per square meter. Why is it that you offer these companies with that kind of a massive subsidy support? ਕਦੀ ਸਵਾਲ ਪੁੱਛਿਆ ਆਪਾਂ? ਕਦੀ ਨਹੀਂ ਅਸੀਂ ਪੁੱਛਦੇ। ਵੀ ਥਿੰਕ ਦੈਟ ਇਜ਼ ਰਿਕੁਆਇਰਡ ਫॉर ਇਕਨੋਮਿਕ ਗਰੋਥ। ਔਰ ਮੈਂ ਹਰ ਜਗ੍ਹਾ ਇਹ ਕਹਿਣਾ ਹੈ ਕਿ ਐਕਚੁਅਲੀ ਸਾਰਾ ਮਾਡਲ ਇਹ ਹੈ ਕਿ ਯੂ ਸਕ ਦ ਇਨਕਮ ਫਰੋਮ ਦ ਬਾਟਮ ਟੂ ਦ ਟੌਪ। ਇਹ ਮਾਡਲ ਚੱਲ ਰਿਹਾ ਹੈਗਾ ਸਾਰੀ ਦੁਨੀਆ ਵਿੱਚ। ਲੈਟਸ ਟਰਾਈ ਟੂ ਅੰਡਰਸਟੈਂਡ। ਇੱਕ ਮਹਿਲਾ ਹੈਗੀ ਹੈ ਪਿੰਡ ਵਿੱਚ, ਉਹਦੇ ਕੋਲ ਨਾ ਅੱਗੇ ਨਾ ਕੋਈ ਪਿੱਛੇ, ਸ਼ੀ ਵਾਂਟਸ ਟੂ ਹੈਵ ਅ ਵਾਇਬਲ ਲਾਈਵਲੀਹੁੱਡ। ਉਹ ਕਹਿੰਦੀ ਮੈਂ ਬੱਕਰੀ ਖਰੀਦਣੀ ਹੈਗੀ। ਉਹ ਬੱਕਰੀ ਖਰੀਦਦੀ ਹੈ, ਇਟ ਵਿਲ ਕਾਸਟ ਹਰ 8,000 ਰੁਪੀਜ਼ ਜਾਂ 10,000 ਰੁਪੀਜ਼। ਬੈਂਕਸ ਡੋਂਟ ਗਿਵ ਦੈਟ ਸਮਾਲ ਕ੍ਰੈਡਿਟ। ਤਾਂ ਉਹ MFI ਕੋਲ ਜਾਂਦੀ ਹੈਗੀ ਹੈ, ਮਾਈਕਰੋ ਫਾਈਨਾਂਸ ਇੰਸਟੀਟਿਊਸ਼ਨਸ। ਮਾਈਕਰੋ ਫਾਈਨਾਂਸ ਇੰਸਟੀਟਿਊਸ਼ਨ ਉਹਨਾਂ 26% ਰੇਟ ਆਫ ਇੰਟਰਸਟ 'ਤੇ ਉਹ 10,000 ਰੁਪਏ ਜਾਂ 8,000 ਰੁਪਏ ਦਿੰਦਾ ਹੈਗਾ, to be returned at weekly intervals. Weekly interval ਤੇ ਰਿਟਰਨ ਕਰਦੇ ਹੋ ਤਾਂ ਇਟ ਐਕਚੁਅਲੀ ਬਿਕਮ 60%। ਉਹ ਉਹਨੂੰ 60% ਟੈਕਸ ਮਿਲਦਾ। ਔਰ ਇਕੋਨੋਮਿਸਟ ਕਹਿੰਦੇ ਆ ਵੀ ਆਰ ਐਮਪਾਵਰਿੰਗ ਦੈਟ ਪੂਅਰ ਲੇਡੀ। ਲੁੱਕ ਐਟ ਦੈਟ ਵਰਡ, ਐਮਪਾਵਰਿੰਗ ਦੈਟ ਪੂਅਰ ਲੇਡੀ। ਗਰੀਬ ਔਰਤ ਨੂੰ ਤੁਸੀਂ ਪੈਸਾ ਦਿੱਤਾ, ਉਹਨੂੰ 26% ਰੇਟ ਆਫ ਇੰਟਰਸਟ, ਵੀ ਕਾਲ ਇਟ ਐਮਪਾਵਰਿੰਗ। ਟਾਟਾ ਦੀ ਜਦ ਨੈਨੋ ਫੈਕਟਰੀ ਲੱਗੀ ਸੀਗੀ ਬੰਗਾਲ ਵਿੱਚ, ਲੇਟਰ ਇਟ ਵਾਸ ਸ਼ਿਫਟਡ ਟੂ ਗੁਜਰਾਤ, ਉਹਦੇ ਵਿੱਚ ਜੋ ਬਾਕੀਜ਼ ਦਿੱਤਾ ਉਹਨਾਂ ਨੇ ਲੈਂਡ ਔਰ ਪਾਣੀ ਔਰ ਇਹ ਸਭ ਗੱਲਾਂ ਛੱਡ ਦਈਏ, ਸਰਕਾਰ ਨੇ 520 ਕਰੋੜ ਰੁਪਏ ਉਹਨਾਂ ਨੂੰ ਦਿੱਤੇ ਹੈਗੇ ਟਾਟਾਸ ਨੂੰ ਟੂ ਬੀ ਰਿਟਰਨ ਇਨ 20 years। 20 ਸਾਲ ਵਿੱਚ ਵਾਪਿਸ ਕਰਨੇ 520 ਕਰੋੜ ਰੁਪਇਆ ਐਟ ਦ ਰੇਟ ਆਫ ਇੰਟਰਸਟ ਆਫ 0.1%। ਉਹ ਗਰੀਬ ਮਹਿਲਾ ਜਿਹਨੂੰ ਤੁਸੀਂ ਐਮਪਾਵਰ ਕਰ ਰਹੇ ਸੀਗੇ ਉਹਨੂੰ ਤਾਂ 26%, ਬਟ ਵਿਚ ਐਕਚੁਅਲੀ ਬਿਕਮਸ 60%, ਔਰ ਟਾਟਾਸ ਨੂੰ ਤੁਸੀਂ 0.1% ਤੇ ਦਿੰਦੇ ਹੋਗੇ ਟੂ ਬੀ ਰਿਟਰਨਡ ਇਨ 20 years। ਮੇਰਾ ਮੰਨਣਾ ਹੈ ਕਿ ਉਸ ਗਰੀਬ ਮਹਿਲਾ ਨੂੰ ਵੀ ਅਸੀਂ ਅਗਰ 0.1% ਤੇ ਉਹ 8,000 ਰੁਪਏ ਦਿੱਤੇ ਹੁੰਦੇ ਜਾਂ 10,000 ਰੁਪਏ ਦਿੱਤੇ ਹੁੰਦੇ, ਸ਼ੀ ਵੁੱਡ ਹੈਵ ਬੀਨ ਡਰਾਈਵਿੰਗ ਅ ਨੈਨੋ ਕਾਰ ਐਟ ਦੀ ਐਂਡ ਆਫ ਦੀ ਈਅਰ। ਡਿਜ਼ਾਈਨ ਇਸ ਤਰ੍ਹਾਂ ਬਣਾਇਆ ਗਿਆ ਹੈਗਾ ਕਿ ਯੂ ਆਰ ਐਕਚੁਅਲੀ ਸਕਿੰਗ ਇਨਕਮ ਫਰੋਮ ਦੀ ਬਾਟਮ, ਐਂਡ ਐਗਰੀਕਲਚਰ ਇਜ਼ ਅ ਸੈਕਟਰ ਜਿਹਦੇ ਵਿੱਚੋਂ ਇਨਕਮ ਜਿਹੜੀ ਵੈਲਥ ਜਿਹੜੀ ਹੈਗੀ ਹੈ ਉਹ ਉੱਪਰ ਖਿੱਚੀ ਜਾਂਦੀ ਹੈਗੀ ਹੈ। ਦੈਟ ਇਜ਼ ਵਾਈ ਅਗਰ ਇਕਨੋਮਿਕ ਡਿਜ਼ਾਈਨ ਦੇਖ ਲਓ ਤੁਸੀਂ, ਅੱਜ ਦਾ ਮੈਂ ਇੱਕ ਟਵੀਟ ਪੜ੍ਹ ਰਿਹਾ ਸੀਗਾ, ਅਮਰੀਕਾ ਦੇ ਫਾਰਮਰ ਲੇਬਰ ਸੈਕਟਰੀ ਬਹੁਤ ਅੱਛਾ ਉਹ ਟਵੀਟ ਕਰਦੇ, ਉਹਨਾਂ ਨੇ ਕਿਹਾ ਕਿ ਅਮਰੀਕਾ ਵਿੱਚ ਜਿਹੜੀ ਰਿਚ ਪੀਪਲ ਦੀ, ਰਿਚ ਪਰਸਨ ਦੀ ਜਾਂ ਰਿਚ ਪਾਪੂਲੇਸ਼ਨ ਜਿਹੜੇ ਵੈਲਦੀ ਹੈਗੇ, ਸੁਪਰ ਰਿਚ, ਉਹਨਾਂ ਦੀ ਜਿਹੜੀ ਇਨਕਮ ਹੈ ਉਹ 4 ਗੁਣਾ ਵੈਲਥ ਉਹਨਾਂ ਕੋਲ ਜ਼ਿਆਦਾ ਹੈ ਕੰਪੇਅਰ ਟੂ ਹਾਫ ਦੀ ਕੰਟਰੀ। 50% ਤੋਂ ਉਹਨਾਂ ਦੀ ਜਿਹੜੀ ਵੈਲਥ ਹੈਗੀ ਦੈਟ ਇਜ਼ 4 times ਇਨ ਅਮਰੀਕਾ। ਐਂਡ ਡੋਂਟ ਬੀ ਸਰਪ੍ਰਾਈਜ਼ ਕਿ ਇਟ ਇਜ਼ ਇਨ ਅਮਰੀਕਾ। ਇਨ ਇੰਡੀਆ the wealth of the top 10% in India is 4 times the wealth of 73% in India. So this is how the wealth has accumulated in the hands of the few. That is design. ਅਸੀਂ ਡਿਜ਼ਾਈਨ ਨਹੀਂ ਸਮਝਣਾ ਚਾਹੁੰਦੇ ਹੈਗੇ, ਔਰ ਡਿਜ਼ਾਈਨ ਨਹੀਂ ਸਮਝਦੇ ਹੈਗੇ, ਇਸੇ ਕਰਕੇ ਸਾਨੂੰ ਇਹ ਸਮਝ ਨਹੀਂ ਆਉਂਦਾ ਕਿ ਵਾਈ ਦੀ ਫਾਰਮਰ ਹੈਜ਼ ਟੂ ਬੀ ਕੈਪਟ ਐਟ ਦੈਟ ਪਰਟੀਕੂਲਰ ਲੈਵਲ। ਇਹ ਡਿਜ਼ਾਈਨ ਦਾ ਹਿੱਸਾ ਹੈਗਾ। ਵੀ ਹੈਵ ਡਿਨਾਈਡ ਫਾਰਮਰਸ ਦੇ ਰਾਈਟਫੁਲ ਇਨਕਮ। ਜਦ ਤੁਹਾਨੂੰ ਦੱਸਿਆ ਸੀਗਾ ਕਿ ਭਾਈ ਵਰਲਡ ਬੈਂਕ ਨੇ ਕਿਹਾ ਸੀਗਾ ਯੂ ਹੈਵ ਟੂ ਮੂਵ 400 million people। ਹਾਊ ਡੂ ਯੂ ਮੂਵ 400 million people? The best way to do is keep agriculture economically unviable.
ਜਦ ਤੁਸੀਂ ਐਗਰੀਕਲਚਰ ਨੂੰ ਅਨਇਕਨੋਮਿਕਲੀ ਵਾਇਬਲ ਕਰ ਦਿੰਦੇ ਹੋ, ਹੀ ਹੈਜ਼ ਨੋ ਚੋਇਸ ਬਟ ਟੂ ਅਬੈਂਡਨ ਐਗਰੀਕਲਚਰ ਐਂਡ ਮੂਵ ਇਨਟੂ ਦੀ ਸਿਟੀ। ਸਾਡੇ ਰਘੂਰਾਮ ਰਾਜਨ ਸਾਹਿਬ ਜਦ ਗਵਰਨਰ ਸੀਗੇ ਰਿਜ਼ਰਵ ਬੈਂਕ ਆਫ ਇੰਡੀਆ, ਉਹਨਾਂ ਦੀ ਇੱਕ ਇੰਟਰਵਿਊ ਮੈਂ ਦੇਖੀ ਸੀਗੀ ਐਂਡ ਆਈ ਵਾਜ਼ ਅਗਾਸਟ ਵਿਦ ਦੈਟ। ਉਹ ਕਹਿੰਦੇ ਆ ਕਿ ਵੀ ਅਸਲੀ ਰਿਫਾਰਮ ਦੇਸ਼ ਦਾ ਤਦ ਹੋਏਗਾ ਜਦ ਅਸੀਂ ਖੇਤੀ 'ਚੋਂ ਲੋਕਾਂ ਨੂੰ ਕੱਢ ਕੇ ਸ਼ਹਿਰਾਂ ਵਿੱਚ ਲੈ ਕੇ ਆਵਾਂਗੇ, ਬਿਕੋਜ਼ ਸ਼ਹਿਰਾਂ ਵਿੱਚ ਚੀਪ ਲੇਬਰ ਦੀ ਜ਼ਰੂਰਤ ਹੈ। ਐਂਡ ਆਈ ਹੈਡ ਸਟੂਡ ਅਪ ਐਟ ਦੈਟ ਟਾਈਮ ਐਂਡ ਆਸਕਡ ਕਿ ਇਹਦਾ ਮਤਲਬ ਹੈ ਕਿ ਤੁਸੀਂ ਕਿਸਾਨ ਨੂੰ ਖੇਤੀ 'ਚੋਂ ਕੱਢ ਕੇ ਦਿਹਾੜੀ ਮਜ਼ਦੂਰ ਬਣਾਓਗੇ, ਐਂਡ ਦੈਟ ਯੂ ਥਿੰਕ ਇਜ਼ ਏਮਪਲੋਇਮੈਂਟ ਜਨਰੇਸ਼ਨ।